Hello, good morning. A very warm welcome to Hunar Classes Patiala. Very good morning to all the viewers. So today we shall start a series of English literature or Master Kader English. I'm your educator and guide, Mr. Sandeep. From today onwards, we are going to start a series of lectures on English Master Kader. Dear students, I want you all to be very attentive in my class, and the things or the syllabus will be very easy and tricky. I will teach you in an easy method, easy way, tricky way. So without wasting any time, let us start with our first lecture, which is introductory. We will discuss the literature, we will discuss the history of English literature, and we will also discuss and have a look over there on your syllabus of Master Cadre. So without wasting any time, channel name, as you know, is Hunar Classes Patiala, and our tagline is Discovering Skills. So first of all, before discussing about the syllabus, we need to discuss about the history of English literature. Why we need to discuss the history of English literature? So let us start with, as we know that English language has its own timeline, and there are 1400 years through which the English language has developed itself. So English literature or the English language has gone through the different eras, है ना? So it is very important ਕਿ ਸਾਨੂੰ ਇਹ ਈਰਾ ਪਤਾ ਹੋਣੇ ਚਾਹੀਦੇ ਆ ਕਿੱਥੋਂ ਕਿੱਥੋਂ ਸਾਡੀ ਲੈਂਗੁਏਜ ਜਿਹੜੀ ਹੈਗੀ ਆ ਡਿਵੈਲਪ ਹੋ ਕੇ ਨਿਕਲੀ ਆ ਹਨਾ। ਸੋ ਇਸੇ ਕਰਕੇ ਹਿਸਟਰੀ ਇੰਗਲਿਸ਼ ਲਿਟਰੇਚਰ ਦੀ ਜਾਣਨੀ ਬਹੁਤ ਜ਼ਰੂਰੀ ਆ। ਜਿਵੇਂ ਆਪਾਂ ਅਗਰ ਗੱਲ ਕਰੀਏ, ਇਫ ਯੂ ਆਰ ਅ ਹਿਸਟਰੀ ਸਟੂਡੈਂਟ, ਆਪਾਂ ਹਿਸਟਰੀ ਬਾਰੇ ਗੱਲ ਕਰੀਏ, ਦੇਰ ਆਰ ਬੇਸਿਕਲੀ 3 ਟਾਈਪ ਆਫ ਹਿਸਟਰੀ, ਐਂਸ਼ੀਐਂਟ, ਮੈਡੀਵੀਅਲ ਐਂਡ ਮਾਡਰਨ। ਐਂਡ ਇਸੇ ਤਰ੍ਹਾਂ ਜਿਹੜਾ ਹੈਗਾ, ਜਿਹੜੀ ਇੰਗਲਿਸ਼ ਦੀ ਲਿਟਰੇਚਰ ਆ, ਇਹ ਵੀ ਡਿਫਰੈਂਟ ਈਰਾ ਜਾਂ ਫੇजेस ਤੋਂ ਨਿਕਲੀ ਆ, ਉਹਦੇ ਬਾਰੇ ਆਪਾਂ ਡਿਸਕਸ ਕਰਦੇ ਹਾਂ ਜੀ। Let us start. The very first, there are 3 phases of the development of English literature, and the very first era is Old English literature. Old English literature, also called Anglo-Saxon literature. Actually, it starts from 450 AD to 1066 AD. So it is the very first era that is called Old English literature or Anglo-Saxon period. Second one is Middle English literature, or it may also be called Anglo-Norman period. Third one is, and its timeline is 1066 to 1500 AD. Very important. So there are, we have discussed about 2 phases, and third phase is English Renaissance or Age of Revival. So its timeline is 1500 to 1660 AD. ਇਹਦਾ ਟਾਈਮਲਾਈਨ ਇਹ ਆ ਦੋਸਤੋ, ਤੇ ਇਹ ਤਿੰਨੋਂ ਪੀਰੀਅਡਸ ਦੀ ਆਪਾਂ ਜਿਹੜੀ ਥੋੜੀ ਜੀ ਬਰੀਫਿੰਗ ਹੈਗੀ ਆ ਉਹ ਅਗਲੇ ਲੈਕਚਰ ਦੇ ਵਿੱਚ ਕਰਾਂਗੇ। ਇਸ ਲੈਕਚਰ ਦੇ ਵਿੱਚ ਵੀ ਵਿਲ ਓਨਲੀ ਡਿਸਕਸ ਅਬਾਊਟ ਦਾ ਸਿਲੇਬਸ। ਤੇ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸ ਦਿਆਂ, ਆ ਜਿਹੜੀ ਓਲਡ ਇੰਗਲਿਸ਼ ਹੈਗੀ ਆ 450 ਤੋਂ 1066 AD ਤੱਕ, ਇਹਨੂੰ ਆਪਾਂ ਬਿਲਕੁਲ ਵੀ ਟੱਚ ਨਹੀਂ ਕਰਾਂਗੇ ਕਿਉਂਕਿ ਸਿਲੇਬਸ ਦੇ ਵਿੱਚ ਨਹੀਂ ਆ। ਮਿਡਲ ਇੰਗਲਿਸ਼ ਤੇ ਐਂਗਲੋ ਨਾਰਮਨ, ਇਹਨੂੰ ਵੀ ਬਿਲਕੁਲ ਟੱਚ ਨਹੀਂ ਕਰਾਂਗੇ ਕਿਉਂਕਿ ਇਹ ਵੀ ਸਿਲੇਬਸ ਦੇ ਵਿੱਚ ਨਹੀਂ ਆ। ਠੀਕ ਹੈ। ਤੀਜਾ ਈਰਾ ਹੈਗਾ ਜਿਹਨੂੰ ਆਪਾਂ ਕਹਿੰਦੇ ਆ ਇੰਗਲਿਸ਼ ਰੈਨੇਸਾਂ ਔਰ ਏਜ ਆਫ ਰਿਵਾਈਵਲ। ਠੀਕ ਆ ਦੋਸਤੋ, ਸਿਰਫ ਤੇ ਸਿਰਫ ਇਹ ਵਾਲਾ ਜਿਹੜਾ ਏਜ ਹੈਗੀ ਆ ਆਪਣੇ ਸਿਲੇਬਸ ਦੇ ਵਿੱਚ ਹੈਗੀ ਆ, ਤਾਂ ਇਹਨੂੰ ਆਪਾਂ ਹੁਣ ਇਹ ਨਾ ਕਹਿ ਦਿਓ ਕਿ ਇਹਨੂੰ ਵੀ ਟੱਚ ਨਹੀਂ ਕਰਾਂਗੇ, ਫਿਰ ਤਾਂ ਪਿੱਛੇ ਕੁਝ ਵੀ ਨਹੀਂ ਰਹਿ ਗਿਆ। ਇਹਨੂੰ ਆਪਾਂ ਪੂਰਾ ਗਹਿਰਾਈ ਨਾਲ ਆਪਾਂ ਪੜਾਂਗੇ, ਹਨਾ। ਇਹਨੇ ਤੁਹਾਨੂੰ ਪੇਪਰ ਦੇ ਵਿੱਚ ਬੈਠ ਕੇ ਟੀਚਰ ਤੁਸੀਂ ਲੱਗ ਪਾਓਗੇ ਜੇ ਇਹਨੂੰ ਚੰਗੀ ਤਰ੍ਹਾਂ ਕਰ ਲਓਗੇ। ਠੀਕ ਹੈ। ਤੇ ਆ ਜਿਹੜੇ 2 ਹੈਗੇ ਜਿਹਨੂੰ ਆਪਾਂ ਟੱਚ ਨਹੀਂ ਕਰਨਾ, ਪਰ ਇਹਨੂੰ ਫਿਰ ਵੀ ਆਪਾਂ ਥੋੜਾ ਜਿਹਾ ਟੱਚ ਕਰਾਂਗੇ, ਥੋੜੀ ਜਿਹੀ ਦੀ ਬਰੀਫਿੰਗ ਲਵਾਂਗੇ ਕਿ ਇੰਗਲਿਸ਼ ਲਿਟਰੇਚਰ ਦੀ ਸ਼ੁਰੂਆਤ ਕਿੱਥੋਂ ਹੋਈ ਤੇ ਇੰਗਲਿਸ਼ ਲਿਟਰੇਚਰ ਦੀ ਕਿਹੜੀ ਟਾਈਮਲਾਈਨ ਤੇ ਕਿਹੜੇ ਫੇਜ਼ ਆਏ,
ਕਿੰਨੇ ਕੀਤੇ ਹਮਲਾ ਕੀਤਾ, ਕਨਕੁਐਸਟ ਕਿਹਦੀ ਹੋਈ ਤੇ ਕਿਹੜਾ ਉਦੋਂ ਮਹਾਰਾਜਾ ਸੀਗਾ, ਕਿਸ ਤਰ੍ਹਾਂ ਦੇ ਲੋਕ ਸੀ, ਕੀ ਉਹ ਪਹਿਲਾਂ ਤੋਂ ਹੀ ਡਿਵੈਲਪ ਸੀਗੇ ਜਾਂ ਉਹ ਬਾਅਦ ਦੇ ਵਿੱਚ ਹੌਲੀ ਹੌਲੀ ਡਿਵੈਲਪ ਹੋਏ ਆ, ਤੇ ਇੱਥੋਂ ਆ ਕੇ ਉਹ ਐਕਚੁਅਲੀ ਡਿਵੈਲਪ ਹੋਣੇ ਸ਼ੁਰੂ ਹੋਏ ਆ। ਇਹ ਆਪਾਂ ਅਗਲੇ ਲੈਕਚਰ ਦੇ ਵਿੱਚ ਡਿਸਕਸ ਕਰਾਂਗੇ। ਤੇ ਇਹ ਸੀਗੀਆਂ 3 ਜਿਹੜੀਆਂ ਹੈਗੀਆਂ ਟਾਈਮ ਲਾਈਨ ਦੀਆਂ, ਜਾਂ ਕਹਿ ਲਓ ਈਰਾ ਕਹਿ ਲਓ ਹੈ ਨਾ, ਜਾਂ ਪੀਰੀਅਡ ਕਹਿ ਲਓ ਇੰਗਲਿਸ਼ ਲਿਟਰੇਚਰ ਦੇ। ਤੇ ਇਹਦੇ ਵਿੱਚੋਂ ਆਪਣਾ ਰੈਨੇਸਾਂ ਪੀਰੀਅਡ ਜਿਹੜਾ ਹੈਗਾ ਉਹਦੇ ਸਿਲੇਬਸ ਤੋਂ ਸ਼ੁਰੂ ਹੋ ਕੇ ਹੁਣ ਤੱਕ ਦਾ ਜਿਹੜਾ ਲਿਟਰੇਚਰ ਹੈਗਾ, ਮੀਨਸ 1500 ਤੋਂ ਸ਼ੁਰੂ ਹੋ ਕੇ 2023 ਤੱਕ ਜੋ ਵੀ ਘਟਨਾਕ੍ਰਮ ਹੋਏ ਆ ਉਹ ਸਾਰੀਆਂ ਏਜਿਸ ਦੇ ਜਿਹੜੇ ਰਾਈਟਰ ਹੈਗੇ ਉਹ ਆਪਣੇ ਸਿਲੇਬਸ 'ਚ ਹੈਗੇ ਆ ਦੋਸਤੋ। ਬਿਲਕੁਲ ਟੈਨਸ਼ਨ ਲੈਣ ਵਾਲੀ ਕੋਈ ਗੱਲ ਨਹੀਂ ਆ, ਤੇ ਬਿਲਕੁਲ ਈਜ਼ੀ ਕਰਕੇ ਤੁਹਾਨੂੰ ਅਸੀਂ ਜਿਹੜਾ ਹੈਗਾ ਬਣਿਆ ਬਣਾਇਆ ਜਿਹੜਾ ਸਾਰਾ ਮਟੀਰੀਅਲ ਮਿਲ ਜਾਏਗਾ ਤੁਹਾਨੂੰ। ਆਫਲਾਈਨ ਕਲਾਸਿਸ ਵੀ ਲੱਗਣਗੀਆਂ ਤੇ ਨਾਲ ਨਾਲ ਆਨਲਾਈਨ ਕਲਾਸਿਸ ਵੀ ਲੱਗਣਗੀਆਂ। ਜਿਹੜੇ ਬੈਚ ਲੈਣਾ ਚਾਹੁੰਦੇ ਨੇ ਉਹ ਜਲਦੀ ਤੋਂ ਜਲਦੀ ਬੈਚ ਲੈ ਲੈਣ, ਕਿਉਂਕਿ ਦ ਥਿੰਗ ਇਜ਼ ਪੋਸਟਾਂ ਸੁਣਨ ਦੇ ਵਿੱਚ ਆਇਆ ਕਿ ਬੜੀ ਜਲਦੀ ਆਉਣ ਵਾਲੀਆਂ ਨੇ। ਤੇ ਦੂਸਰਾ, ਇੰਗਲਿਸ਼ ਦੇ ਵਿੱਚ ਕੰਪੀਟੀਸ਼ਨ ਬਹੁਤ ਹੋਣਾ, ਕਿਉਂਕਿ ਪਹਿਲਾਂ ਵਾਲੇ ਸਮੇਂ ਦੇ ਵਿੱਚ ਕਾਫੀ ਜਿਹੜੀਆਂ ਵੈਕੈਂਸੀਜ਼ ਹੈਗੀਆਂ ਨੇ ਉਹ ਫਿਲ ਹੋ ਚੁੱਕੀਆਂ ਨੇ, ਤੇ ਸਾਰੇ ਬੱਚੇ ਆਪਣੀ ਆਪਣੀ ਤਿਆਰੀ ਤੇ ਲੱਗੇ ਹੋਏ ਆ। ਤਾਂ ਇਸ ਕਰਕੇ ਤੁਸੀਂ ਵੀ ਆਪਣਾ ਜਲਦੀ ਤੋਂ ਜਲਦੀ ਜੁੜੋ, ਲੈਕਚਰ ਸੁਣੋ, ਤੇ ਜਿਹਨਾਂ ਨੂੰ ਚੰਗਾ ਲੱਗਿਆ ਤਾਂ ਉਹ ਜੁੜੋ ਸਾਡੇ ਨਾਲ, ਹੈ ਨਾ ਜੀ। ਸੋ ਦੋਸਤੋ, ਜਿਵੇਂ ਕਿ ਕਿਸੇ ਵੀ ਕੰਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਉਹਦੀ ਇੱਕ ਆਊਟਲਾਈਨ ਆਪਾਂ ਨੂੰ ਪਤਾ ਹੋਣੀ ਚਾਹੀਦੀ ਹੈ, ਉਸੇ ਤਰ੍ਹਾਂ ਇੰਗਲਿਸ਼ ਲਿਟਰੇਚਰ ਦੇ ਜਿਹੜੇ ਲੈਕਚਰ ਹੈਗੇ ਮਾਸਟਰ ਕੈਡਰ ਇੰਗਲਿਸ਼ ਦਾ ਜਿਹੜਾ ਸਿਲੇਬਸ ਉਹਨੂੰ ਪੂਰਾ ਕਰਨ ਲਈ ਸਭ ਤੋਂ ਪਹਿਲਾਂ ਸਾਨੂੰ ਜਿਹੜਾ ਹੈਗਾ ਸਿਲੇਬਸ ਪਤਾ ਹੋਣਾ ਚਾਹੀਦਾ। ਸੋ ਆਜੋ ਆਪਾਂ ਫਿਰ ਡਿਸਕਸ ਕਰਦੇ ਹਾਂ ਸਿਲੇਬਸ ਕੀ ਹੈ ਨਾ। ਇੰਗਲਿਸ਼ ਕ੍ਰਿਟੀਕਲ ਐਂਡ ਹਿਸਟੋਰੀਕਲ ਅੰਡਰਸਟੈਂਡਿੰਗ ਆਫ, ਇੰਗਲਿਸ਼ ਸਬਜੈਕਟ ਹੈਗਾ ਆਪਣਾ। ਕ੍ਰਿਟੀਕਲ ਤੇ ਹਿਸਟੋਰੀਕਲ, ਹਿਸਟੋਰੀਕਲ ਤੇ ਕ੍ਰਿਟੀਕਲ ਦੋ ਸ਼ਬਦ ਲਿਖੇ ਹੋਣੇ, ਇਹਨਾਂ ਦੀ ਅੰਡਰਸਟੈਂਡਿੰਗ ਹੋਣੀ ਬਹੁਤ ਜ਼ਰੂਰੀ ਆ। ਕਿਹੜੀਆਂ ਚੀਜ਼ਾਂ ਦੀ? ਆ ਸਾਰੀਆਂ ਚੀਜ਼ਾਂ ਦੀ, ਹੈ ਨਾ। ਆਪਾਂ ਡਿਸਕਸ ਕਰਦੇ ਹਾਂ ਜੀ। ਦੇਖੋ, ਜਿਵੇਂ ਆਪਾਂ ਗੱਲ ਕੀਤੀ ਆ ਕਿ ਜਿਹੜਾ ਤਾਂ ਐਂਗਲੋ ਸੈਕਸਨ ਪੀਰੀਅਡ ਹੈਗਾ, ਥੋੜਾ ਜਿਹਾ ਡਿਸਕਸ ਕਰਾਂਗੇ, 5 ਮਿੰਟ ਛੱਡ ਦੋ ਉਹਨੂੰ, ਨਹੀਂ ਪੇਪਰ 'ਚ ਕੋਈ ਕੁਐਸਚਨ ਵੀ ਨਹੀਂ ਆਊਗਾ ਉਹਦਾ। ਉਸ ਤੋਂ ਬਾਅਦ ਦੂਜਾ ਪੀਰੀਅਡ ਹੈਗਾ ਜੀ ਐਂਗਲੋ ਨਾਰਮਨ ਪੀਰੀਅਡ, ਕੁਐਸਚਨ ਕੋਈ ਨਹੀਂ ਆਊਗਾ, ਛੱਡ ਦੋ ਜੀ ਉਹਨਾਂ ਨੂੰ। 1500 ਈਸਵੀ ਜਾਂ ਏਡੀ ਤੱਕ ਆ ਕੇ ਇਹ ਦੋ ਪੀਰੀਅਡ ਖਤਮ ਹੋ ਜਾਣਗੇ। 1500 ਤੋਂ ਲੈ ਕੇ 1500 ਏਡੀ ਤੋਂ ਲੈ ਕੇ ਅੱਗੇ ਸ਼ੁਰੂ ਹੋਊਗਾ ਟਿਲ ਨਾਓ, ਜਿਹੜੇ ਸਮੇਂ 'ਚ ਆਪਾਂ ਹੁਣ ਜੀ ਰਹੇ ਹਾਂ, ਹੈ ਨਾ, ਉੱਥੇ ਤੱਕ ਖਤਮ ਕਰ ਦੇਣਾ ਆਪਾਂ, ਕੁਝ ਵੀ ਨਹੀਂ ਹੈਗਾ ਇਹਦੇ ਵਿੱਚ, ਹੈ ਨਾ। ਸੋ ਲੈਟਸ ਸਟਾਰਟ ਵਿਦਆਊਟ ਵੇਸਟਿੰਗ ਐਨੀ ਟਾਈਮ, ਹੈਵ ਅ ਲੁੱਕ ਓਵਰ ਦੇਅਰ ਔਨ ਦਾ ਸਿਲੇਬਸ। ਪਹਿਲਾ ਹੈਗਾ ਜੀ ਇੰਡੀਅਨ ਰਾਈਟਿੰਗ ਔਰ ਇੰਗਲਿਸ਼ ਰਾਈਟਰਸ, ਇੰਡੀਅਨ ਇੰਗਲਿਸ਼ ਰਾਈਟਰਸ। ਇਹਨੂੰ ਆਪਾਂ ਕਰਾਂਗੇ ਦੋਸਤੋ ਸਭ ਤੋਂ ਬਾਅਦ ਦੇ ਵਿੱਚ, ਹੈ ਨਾ। ਇੰਡੀਅਨ ਰਾਈਟਰਸ ਨੂੰ ਕਰਾਂਗੇ ਦੋਸਤੋ ਸਭ ਤੋਂ ਬਾਅਦ ਦੇ ਵਿੱਚ। ਉਹ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਕੁਈਨ ਐਲਿਜ਼ਾਬੈਥ ਤੋਂ ਲੈ ਕੇ, ਹੈ ਨਾ, ਤਾਂ ਆਪਣੇ ਕੋਲੇ ਹੁਣ ਤੱਕ ਦਾ ਜਿਹੜਾ ਟਾਈਮ ਲਾਈਨ ਹੈਗੀ ਆ ਇੰਗਲਿਸ਼ ਲਿਟਰੇਚਰ ਦੇ ਜਿਹੜੀਆਂ ਏਜਿਸ ਹੈਗੀਆਂ, ਲਾਸਟ ਜਿਹੜੀ ਰੈਨੇਸਾਂ ਵਾਲੀ ਆ ਉੱਥੋਂ ਲੈ ਕੇ ਜਾਂ ਐਲਿਜ਼ਾਬੈਥ ਤੋਂ ਲੈ ਕੇ ਹੁਣ ਤੱਕ 2023 ਤੱਕ ਜਾਂ ਪ੍ਰੈਜ਼ੈਂਟ ਸਿਨੈਰੀਓ ਤੱਕ ਆਪਾਂ ਇਹਨੂੰ 7 ਏਜਿਸ ਦੇ ਵਿੱਚ ਵੰਡ ਸਕਦੇ ਹਾਂ, ਹੈ ਨਾ। ਜਿਵੇਂ ਕਿ ਦੇਰ ਇਜ਼ ਐਲਿਜ਼ਾਬੈਥਨ ਏਜ, ਜੈਕੇਬੀਅਨ ਏਜ, ਅਗਸਟਨ ਏਜ, ਰੋਮੈਂਟਿਕ ਏਜ, ਵਿਕਟੋਰੀਅਨ ਏਜ, ਮਾਡਰਨ ਏਜ, ਕੰਟੈਂਪਰੇਰੀ ਏਜ, ਤੇ ਲਾਸਟ 'ਚ ਆਪਾਂ ਜਿਵੇਂ ਗੱਲ ਹੀ ਕਰ ਚੁੱਕੇ ਹਾਂ ਇੰਡੀਅਨ ਇੰਗਲਿਸ਼ ਰਾਈਟਰਸ ਨੂੰ ਆਪਾਂ ਪੜਾਂਗੇ। ਸੋ ਇੱਥੇ ਸਭ ਤੋਂ ਦੱਸਣਾ ਜ਼ਰੂਰੀ ਹੋ ਜਾਂਦਾ, ਪਹਿਲੀ ਏਜ ਹੈਗੀ ਆ ਐਲਿਜ਼ਾਬੈਥਨ ਏਜ, ਮਹਾਰਾਣੀ ਐਲਿਜ਼ਾਬੈਥ ਸੀਗੀ ਜੀ, ਉਹਦੀ ਏਜ ਸੀ। ਉਹਦੀ ਏਜ 'ਚ ਜਿਹੜੇ ਰਾਈਟਰ ਸੀਗੇ ਉਹਨਾਂ ਨੂੰ ਆਪਾਂ ਡਿਸਕਸ ਕਰ ਲਾਂਗੇ। ਕ੍ਰਿਸਟੋਫਰ ਮਾਰਲੋਵ ਸੀ, ਵਿਲੀਅਮ ਸ਼ੇਕਸਪੀਅਰ, ਐਡਮੰਡ ਸਪੈਂਸਰ, ਠੀਕ ਹੈ ਜੀ, ਇਹ ਰਾਈਟਰਸ ਕਰ ਲਵਾਂਗੇ ਆਪਾਂ। ਇਹਨਾਂ ਦੇ ਵਰਕ ਕਰ ਲਵਾਂਗੇ, ਇਹਦੀ ਬਾਇਓਗ੍ਰਾਫੀ ਕਰ ਲਵਾਂਗੇ, ਮੇਨ ਵਰਕ ਕਿਹੜੇ ਆ, ਵਰਕਸ ਕਦੋਂ ਲਿਖੇ ਗਏ, ਕਿਹੜੇ ਈਅਰ ਦੇ ਵਿੱਚ ਡੈਥ ਕਦੋਂ ਹੁੰਦੀ ਆ, ਇਹਨਾਂ ਨੂੰ ਅਵਾਰਡ ਕਿਹੜੇ ਮਿਲੇ, ਉਹਨਾਂ ਦੇ ਕਰੈਕਟਰ ਕਿਹੜੇ ਆ ਜਿਹੜੇ ਉਹਨਾਂ ਦੇ ਵਰਕ ਆ, ਉਹਦੇ ਵਿੱਚ ਸਾਰਾ ਕੁਝ ਬਣਿਆ ਬਣਾਇਆ ਪਿਆ। ਬਿਲਕੁਲ ਨਿਸ਼ਚਿੰਤ ਹੋ ਜਾਓ, ਅੱਛੇ ਵਾਲੀ ਤਿਆਰੀ ਹੋਏਗੀ ਤੁਹਾਡੀ। ਤਾਂ ਇਹ ਜਿਹੜਾ ਤੁਹਾਨੂੰ ਮੈਂ ਦੱਸਿਆ ਕਿ ਉਹਨਾਂ ਦੇ ਵਰਕ, ਬਾਇਓਗ੍ਰਾਫੀ, ਹੈ ਨਾ, ਕਰੈਕਟਰ, ਉਹ ਸਾਰਿਆਂ ਤੇ ਢੋਕਦਾ, ਜਿਹਦੇ ਜਿਹਦੇ ਮੇਨ ਵਰਕ ਨੇ, ਸਮਰੀਜ਼, ਕਿਸੇ ਦਾ ਸੈਂਟਰਲ ਆਈਡੀਆ, ਕਿਸੇ ਦਾ ਬੈਸਟ ਸੀਨ, ਹੈ ਨਾ, ਇਹ ਚੀਜ਼ਾਂ ਆਉਣਗੀਆਂ ਪੇਪਰ ਦੇ ਵਿੱਚ ਸਿੱਧਾ ਸਿੱਧਾ। ਸੋ ਇਹਦੇ ਵਿੱਚ ਦੋਸਤੋ ਆਪਾਂ 3 ਰਾਈਟਰ ਹੈਗੇ ਆਪਣੇ ਕੋਲੇ ਬੇਸਿਕਲੀ ਐਲਿਜ਼ਾਬੈਥਨ ਏਜ ਦੇ ਵਿੱਚ। ਸੈਕਿੰਡ ਏਜ ਇਜ਼ ਜੈਕੋਬੀਅਨ ਟੂ ਰੈਸਟੋਰੇਸ਼ਨ, ਇਹਨੂੰ ਆਪਾਂ ਜੈਕੋਬੀਅਨ ਏਜ ਵੀ ਕਹਿ ਸਕਦੇ ਹਾਂ। ਇਹਦੇ ਵਿੱਚ ਆਪਣੇ ਕੋਲ ਹੈਗੇ ਆ ਜੀ, ਪੋਇਟਰੀ ਲਿਖਦੇ ਸੀ ਜੌਨ ਡਨ ਸਾਹਿਬ, ਜੌਨ ਮਿਲਟਨ, ਬੈਨ ਜੌਨਸਨ, ਜੌਨ ਡਰਾਇਡਨ। 4 ਰਾਈਟਰ ਹੈਗੇ ਆ ਜੀ ਆਪਣੇ ਕੋਲੇ, ਇਹ ਯਾਦ ਰੱਖਿਓ ਦੋਸਤੋ। ਇਹ ਸਾਰੀਆਂ ਚੀਜ਼ਾਂ ਜਦੋਂ ਆਪਾਂ ਸ਼ੁਰੂ ਕਰ ਲਈ ਨਾ ਰਿਵੀਜ਼ਨ, ਜਾਂ ਆਪਾਂ ਕਲਾਸ ਲੈਣੀ ਸ਼ੁਰੂ ਕਰ ਲਈ, ਤਾਂ ਤੁਹਾਨੂੰ ਬਹੁਤ ਵਧੀਆ ਤਰੀਕੇ ਨਾਲ ਮੈਂ ਕਰਾਉਂਗਾ ਇਹ, ਹੈ ਨਾ। ਇਹ
ਆਪਾਂ ਨੰਬਰ ਕਿਉਂ ਲਿਖ ਰਹੇ ਹਾਂ ਇਹਦਾ ਵੀ ਕਾਰਨ ਆ, ਯਾਦ ਰੱਖਿਓ। ਥਰਡ ਵਨ ਇਜ਼ ਔਗਸਟਨ ਏਜ। ਇਹਦੇ ਵਿੱਚ ਸੀਗਾ ਜੀ ਅਲੈਗਜ਼ੈਂਡਰ ਪੋਪ, ਜੋਨਾਥਨ ਸਵਿਫਟ, ਜੋਸਫ ਐਡੀਸਨ, ਸੈਮੂਅਲ ਰਿਚਰਡਸਨ, ਹੈਨਰੀ ਫੀਲਡਿੰਗ। ਇੱਥੇ ਆਪਣੇ ਕੋਲੇ ਆ ਗਏ ਜੀ 5 ਰਾਈਟਰ ਦੋਸਤੋ। ਠੀਕ ਹੈ ਦੋਸਤੋ, ਅਗਸਟਨ ਏਜ ਦੇ ਵਿੱਚ ਕਿੰਨੇ ਰਾਈਟਰ ਆ ਗਏ? 5। ਨੈਕਸਟ ਇਜ਼ ਰੋਮੈਂਟਿਕ ਏਜ, ਰੋਮੈਂਟਿਕ ਏਜ। ਇਹਦੇ ਵਿੱਚ ਕੌਣ ਨੇ ਜੀ ਆਪਣੇ ਕੋਲ? ਵਿਲੀਅਮ ਬਲੇਕ ਸਾਹਿਬ ਹੈਗੇ, ਵਿਲੀਅਮ ਵਰਡਸਵਰਥ, ਸੈਮੂਅਲ ਟੇਲਰ ਕੋਲਟ੍ਰਿਜ, ਲਾਰਡ ਬਾਇਰਨ, ਪੀਵੀ ਸ਼ੈਲੇ, ਜੌਨ ਕੀਟਸ, ਜੇਨ ਆਸਟਨ, ਸਰ ਵਾਲਟਰ ਸਕॉट, ਮੈਰੀ ਸ਼ੈਲੇ, ਐਮ.ਜੀ. ਲੈਵਿਸ, ਲੀ ਹੰਟ, ਮੈਰੀ ਵਾਲਸਟੋਨਕ੍ਰਾਫਟ। ਸੋ ਟੋਟਲ ਕਿੰਨੇ ਹੋ ਗਏ ਜੀ ਰੋਮੈਂਟਿਕ ਏਜ ਦੇ ਵਿੱਚ? we have 12 writers, 12 authors. Fifth one is, fifth age ਕਿਹੜੀ ਹੈਗੀ ਆ? ਪੰਜਵੀਂ ਏਜ ਵਿਕਟੋਰੀਅਨ ਏਜ ਜਾਂ ਵਿਕਟੋਰੀਅਨ ਪੀਰੀਅਡ। ਇਹਦੇ ਵਿੱਚ ਆ ਕੋਮਾ ਇਹਨਾਂ ਨੇ ਗਲਤ ਲਾ ਰੱਖਿਆ ਜੀ। ਐਲਫਰੈਡ ਲਾਰਡ ਟੈਨੀਸਨ, ਰੋਬਰਟ ਬਰਾਉਨਿੰਗ, ਥਾਮਸ ਕਾਰਲਾਈਲ, ਜੌਨ ਰਸਕਿਨ, ਵਾਲਟਰ ਪੈਟਰ, ਚਾਰਲਸ ਬ੍ਰਾਂਟ, ਇਮਾਈਲੀ ਬ੍ਰਾਂਟ ਦੋਵੇਂ ਸਿਸਟਰ ਸੀਗੀਆਂ, ਚਾਰਲਸ ਡਿਕਨਸ, ਥਾਮਸ ਹਾਰਡੀ, ਜਾਰਜ ਇਲੀਅਟ, ਸੈਮੂਅਲ ਬਟਲਰ, ਐਲਿਜ਼ਾਬੈਥ ਗੈਸਕਲ, ਮੈਥਿਊ ਆਰਨੋਲਡ। ਸੋ ਇਹ ਕਿੰਨੇ ਹੋ ਗਏ ਇਨ ਟੋਟਲ? we are having 13 authors in this Victorian age. Next one, sixth one is modern period or modern age. ਇਹਦੇ ਵਿੱਚ ਟੀ.ਐਸ. ਐਲੀਅਟ ਯਾਦ ਰੱਖਿਓ, ਅਮਰੀਕਨ ਸੀਗੇ ਜੀ ਇਹ, ਠੀਕ ਹੈ। ਵਿਰਜੀਨੀਆ ਵੁਲਫ, ਜੋਸਫ ਕੌਨਰੈਡ, ਜੇਮਸ ਜੁਆਇਸ, E.M. ਫੋਸਟਰ, D.H. ਲਾਰੈਂਸ ਵੈਰੀ ਇੰਪੋਰਟੈਂਟ, W. ਯੀਟਸ ਸਾਰੇ ਇੰਪੋਰਟੈਂਟ ਆ, ਜਾਰਜ ਬਰਨਾਰਡ ਸ਼ਾਅ, ਹਾਰੋਲਡ ਪਿੰਟਰ, ਸੈਮੂਅਲ ਬੈਕਟ, I.A. ਰਿਚਰਡਸ ਕ੍ਰਿਟਿਕ ਸੀਗੇ, F.R. ਲੀਵਿਸ, ਵਿਲੀਅਮ ਐਮਪਸਨ, ਇਹ ਸਾਰੇ ਕ੍ਰਿਟਿਕ ਸੀਗੇ। ਤੇ F.R. ਲੀਵਿਸ ਤੇ I.A. ਰਿਚਰਡਸ ਤੋਂ ਕਾਫੀ ਕੁਐਸਚਨ ਆਉਂਦੇ ਆ, ਤੇ ਇਹਨਾਂ ਦੇ ਵਿੱਚ ਵੀ we are having 13 writers. Next, seventh is contemporary age. ਦੇਖੋ ਦੋਸਤੋ ਇਹਦੇ ਵਿੱਚ ਕੌਣ ਕੌਣ ਸੀਗੇ? ਫਿਲਿਪ ਲਾਰਕਿਨ, ਟੈਡ ਹਜਿਸ, ਸਟੀਵ ਸਮਿਥ, ਸਿਮਸ ਹੀਨੇ, ਇਵਾਨ ਬੋਲੈਨ, George Orwell, very important, William Golding, Doris Lessing, Graham Greene, Nobel Prize ਮਿਲਿਆ ਸੀ ਇਹਨਾਂ ਨੂੰ। I think Doris Lessing ਨੂੰ ਵੀ ਮਿਲਿਆ ਸੀਗਾ, Orwell ਨੂੰ ਵੀ ਮਿਲਿਆ ਸੀ, ਸਲਮਾਨ ਰਸ਼ਦੀ, V.S. ਨਾਇਪਾਲ, ਸਟੀਫਨ ਲੀਕੌਕ। ਲਾਸਟ ਇੰਡੀਅਨ ਰਾਈਟਿੰਗ, ਇਹਨੂੰ 8ਵੇਂ ਨੰਬਰ ਤੇ ਲੈ ਲਓ। 62 ਦੇ ਵਿੱਚ ਆ 10 ਨੇ, ਆਪਾਂ ਪਹਿਲਾਂ ਹੀ ਦੱਸ ਦਿੰਨੇ, 10 ਨੇ, 62 ਤੇ 10 72, 72. So there are 72 writers or authors we have to cover in this series of lectures. Indian writing ਦੇ ਵਿੱਚ R.K. ਨਾਰਾਇਣ, ਰਾਜਾ ਰਾਓ, ਅਰੁੰਧਤੀ ਰਾਏ, ਖੁਸ਼ਵੰਤ ਸਿੰਘ, ਮੁਲਖਰਾਜ ਆਨੰਦ, ਅਨੀਤਾ ਦੇਸਾਈ, ਰਵਿੰਦਰਨਾਥ ਟੈਗੋਰ, ਸਰੋਜਨੀ ਨਾਇਡੂ, A.K. ਰਾਮਾਨੁਜਨ, ਅਮਿਤਾਭ ਘੋਸ਼। ਹੁਣ ਮੇਰੇ ਵਰਗੇ ਕਈ ਵਿਚਾਰੇ ਕਹਿਣਗੇ ਜੀ ਸਾਨੂੰ ਤਾਂ ਕੋਈ ਪੱਲੇ ਨਹੀਂ ਪੈ ਰਿਹਾ, ਕਿੱਥੋਂ ਸ਼ੁਰੂ ਕਰਾਂਗੇ, ਕਿੱਥੋਂ ਖਤਮ ਕਰਾਂਗੇ। ਤੁਹਾਨੂੰ ਇਦਾਂ ਦੀ ਟ੍ਰਿਕ ਦੱਸੂਗਾ ਮੈਂ ਕਿ ਤੁਹਾਨੂੰ ਪਤਾ ਚੱਲ ਜਾਏਗਾ ਪਹਿਲਾਂ ਕਿਹੜੀ ਏਜ ਆਉਂਦੀ ਆ, ਫਿਰ ਕਿਹੜੀ ਆਉਂਦੀ ਆ। ਹੋ ਗਿਆ। ਉਸ ਤੋਂ ਬਾਅਦ ਏਜ ਵਾਈਜ਼ ਐਲਿਜ਼ਾਬੈਥਨ ਏਜ 'ਚ 3 ਰਾਈਟਰ ਨੇ, ਟ੍ਰਿਕ ਦੱਸੂਗਾ। 3 ਰਾਈਟਰ ਸਾਰੀ ਉਮਰ ਨਹੀਂ ਭੁੱਲੋਗੇ ਤੁਸੀਂ। ਜੈਕੇਬੀਅਨ ਦੇ ਵਿੱਚ 4 ਰਾਈਟਰ ਨੇ, ਟ੍ਰਿਕ ਦੱਸੂਗਾ, ਸਾਰੀ ਉਮਰ ਨਹੀਂ ਭੁੱਲੋਗੇ ਤੁਸੀਂ, ਕਿਹੜਾ ਪਹਿਲਾਂ ਜੰਮਿਆ ਸੀ ਕਿਹੜਾ ਬਾਅਦ 'ਚ। ਔਗਸਟਨ ਦੇ ਵਿੱਚ 5 ਰਾਈਟਰ ਨੇ, ਟ੍ਰਿਕ ਦੱਸੂਗਾ ਜੀ। ਇਸੇ ਤਰ੍ਹਾਂ ਸਾਰਿਆਂ ਦੇ ਟ੍ਰਿਕਸ ਬਣੀਆਂ ਹੋਈਆਂ ਨੇ। ਡੋਂਟ ਬੋਦਰ ਅਬਾਊਟ ਐਨੀਥਿੰਗ। ਇੱਕ ਵਾਰੀ ਮਿਲੋ, ਸਾਨੂੰ ਕਾਲ ਕਰੋ ਦਿੱਤੇ ਨੰਬਰ ਤੇ ਇੱਕ ਵਾਰ ਫੇਰ ਮੈਂ ਲਿਖ ਦਵਾਂ 99822008 ਇਹ ਤੇ ਕੰਟੈਕਟ ਕਰਕੇ ਤੁਸੀਂ ਕੋਈ ਵੀ ਕੁਆਇਰੀ ਹੈ ਤੁਹਾਡੀ ਲੈ ਸਕਦੇ ਹੋ। ਤੇ ਇਹ ਤੁਹਾਡਾ ਸਿਲੇਬਸ ਹੈਗਾ ਜੀ। ਇਹ ਤੋਂ ਬਿਨਾਂ ਜੇ ਗੱਲ ਕਰੀਏ ਆਪਾਂ, ਨੈਕਸਟ ਟੌਪਿਕ ਆਪਣੇ ਕੋਲ ਦੋਸਤੋ ਹੈਗਾ ਲਿਟਰੇਰੀ ਟਰਮਸ। ਆਕਸਫੋਰਡ ਦੀ ਇੱਕ ਬੁੱਕ ਆਉਂਦੀ ਹੈ ਜੀ ਛੋਟੀ ਜੀ, ਤੇ ਉਸ ਬੁੱਕ ਦੇ ਵਿੱਚੋਂ ਤੁਹਾਨੂੰ 70 80 ਜਾਂ 100 ਜਿੰਨੀਆਂ ਵੀ ਪੋਸੀਬਲ, ਜਿੰਨਾ ਟਾਈਮ ਹੋਇਆ ਤੁਹਾਨੂੰ ਬਹੁਤ ਅੱਛੀਆਂ ਜਿਹੜੀਆਂ ਲਿਟਰੇਰੀ ਟਰਮਸ ਕਰਵਾ ਦੇਵਾਂਗੇ। ਉਹਦੇ ਬਾਰੇ ਬਿਲਕੁਲ ਘਬਰਾਉਣ ਦੀ ਲੋੜ ਨਹੀਂ ਜੀ। ਉਸ ਤੋਂ ਬਾਅਦ ਨੈਕਸਟ ਟੌਪਿਕ ਹੈਗਾ ਜੀ ਗ੍ਰਾਮਰ, ਜਿਹਨੂੰ ਆਪਾਂ ਇੰਗਲਿਸ਼ ਗ੍ਰਾਮਰ ਕਹਿੰਦੇ ਹਾਂ। ਸਿੰਪਲ ਆਪਾਂ ਕਰਦੇ ਹੀ ਹਾਂ ਸਕੂਲ ਦੇ ਵਿੱਚ ਵੀ 10ਵੀਂ 12ਵੀਂ ਤੱਕ। ਉਹਨੂੰ ਹੋਪਫੁਲੀ ਤੁਸੀਂ ਬੜੇ ਅੱਛੇ ਤਰੀਕੇ ਨਾਲ ਟੈਕਲ ਕਰ ਲਵਾਂਗੇ ਆਪਾਂ, ਹੈ ਨਾ। ਤੇ ਉਸ ਤੋਂ ਬਾਅਦ ਹੈਗਾ ਜੀ ਲਿੰਗੁਇਸਟਿਕਸ, ਵੈਰੀ ਵੈਰੀ ਇੰਪੋਰਟੈਂਟ ਟੌਪਿਕ। ਤੇ ਇਹਦੇ ਵਿੱਚੋਂ ਆਰਾਮ ਨਾਲ 25 ਤੋਂ ਲੈ ਕੇ 30 ਕੁਐਸਚਨ ਆ ਜਾਂਦੇ ਆ, ਹੈ ਨਾ। ਇੱਕ ਵਾਰ GNDU ਗੁਰੂ ਨਾਨਕ ਦੇਵ ਯੂਨੀਵਰਸਿਟੀ ਵਾਲੇ ਧੋਖਾ ਕਰ ਗਏ ਸੀ। ਧੋਖਾ ਕਿਵੇਂ ਕਰ ਗਏ? ਸਾਰੇ ਬੱਚੇ ਆਹ ਯਾਦ ਕਰਕੇ ਗਏ
ਉਹਨਾਂ ਨੇ ਆਹ ਸਿੰਪਲ ਗ੍ਰਾਮਰ ਪਾਤੀ। ਉਹ ਤਾਂ ਚਲੋ ਭਲਾ ਹੋਵੇ ਆਪਣੇ ਪੰਜਾਬ ਬੋਰਡ ਦਾ ਜਾਂ ਕਈ CBSE ਤੋਂ ਵੀ ਪੜ੍ਹੇ ਹੋਣੇ, ਉਹਨਾਂ ਨੂੰ ਗ੍ਰਾਮਰ ਆਉਂਦੀ ਸੀ ਪਹਿਲਾਂ ਹੀ, ਉਹਨਾਂ ਨੇ ਆਪਣੇ ਆਪ ਕਰ ਲਈ, ਨਹੀਂ ਤਾਂ ਮਾਰਤੇ ਸੀਗੇ ਹਾਂ। ਉਸ ਤੋਂ ਬਾਅਦ ਦੇਖੋ ਜੀ ਨੈਕਸਟ ਜਿਹੜਾ ਟੌਪਿਕ ਹੈਗਾ ਆਪਣਾ ਲਿੰਗੁਇਸਟਿਕਸ ਦੇ ਅੱਗੇ ਸਬ ਟੌਪਿਕ ਨੇ ਜਾਂ ਟੌਪਿਕ ਨੇ ਜਿਹੜੇ ਆਪਾਂ ਕਵਰ ਕਰਨੇ ਆ। ਫਸਟ ਵਨ ਇਜ਼ ਫਰੇਜ਼ ਸਟਰਕਚਰ ਰੂਲ, ਇਹਦੇ ਬਾਰੇ ਪੜਾਂਗੇ। ਟਰਾਂਸਫਾਰਮੇਸ਼ਨਲ ਜਨਰੇਟਿਵ ਗ੍ਰਾਮਰ ਵਿਦ ਸਪੈਸ਼ਲ ਰੈਫਰੈਂਸ ਟੂ ਚੋਮਸਕੀ। ਸੋ ਇਟ ਮੀਨਸ ਇਹਨਾਂ ਨੇ ਚੋਮਸਕੀ ਦੇਤਾ ਵੀ we have to cover Chomsky in a good way, ਅੱਛੇ ਤਰੀਕੇ ਨਾਲ ਇਹਨੂੰ ਕਵਰ ਕਰਾਂਗੇ। ਟਰਾਂਸਫਾਰਮੇਸ਼ਨਲ ਰੂਲ ਕੀ ਹੁੰਦਾ? a brief introduction to Semitic languages, sociolinguistics, very important, ਇਹ ਜੋ ਕੁਐਸਚਨ ਆਉਣਾ ਹੀ ਆਉਣਾ ਹੁੰਦਾ ਜੀ। ਲੈਂਗੁਏਜ ਵੈਰਾਈਟੀ, ਡਾਇਲੈਕਟ ਬਹੁਤ ਇੰਪੋਰਟੈਂਟ ਆ ਜੀ। ਐਕਸੈਂਟ ਐਂਡ ਰਜਿਸਟਰ, ਇਹ ਚੋਂ ਵੀ ਕੁਐਸਚਨ ਬਣਦਾ। ਸਾਈਕੋਲਿੰਗੁਇਸਟਿਕਸ, ਸਾਈਕੋ ਐਨਾਲਿਸਿਸ ਵੀ ਹੁੰਦਾ ਇੱਕ, ਪਰ ਇਹਦੇ ਵਿੱਚ ਹੈਗਾ ਜੀ ਸਾਈਕੋਲਿੰਗੁਇਸਟਿਕਸ, ਇਹਦੇ ਵਿੱਚੋਂ ਕੁਐਸਚਨ ਬਣਦਾ ਇੱਕ। ਸਾਈਕੋ ਲਿੰਗੁਇਸਟਿਕਸ ਦਾ ਨੇਚਰ ਕੀ ਆ, ਇਹਦੀਆਂ ਐਪਲੀਕੇਸ਼ਨਸ, ਬਿਹੇਵੀਅਰਿਸਟ, ਕੋਗਨੀਟਿਵ ਤੇ ਮੈਂਟਲ ਵਿਊਜ਼ ਕੀ ਨੇ ਲੈਂਗੁਏਜ ਲਰਨਿੰਗ ਦੇ। ਵਾਟ ਆਰ ਦਾ ਕੋਗਨੀਟਿਵ, ਬਿਹੇਵੀਅਰਿਸਟ ਐਂਡ ਮੈਂਟਲ ਵਿਊਜ਼ ਆਫ ਲੈਂਗੁਏਜ ਲਰਨਿੰਗ, ਇਹਦੇ ਬਾਰੇ ਗੱਲ ਕਰਾਂਗੇ। Next topic is individual differences. Actually, it is a topic of psychology, but language is somehow related in a way to psychology. So that's why individual differences is a common concept of linguistics and psychology. Next topic ਆ ਜੀ ਆਪਣੇ ਕੋਲ linguistics ਕੀ ਹੁੰਦੀ ਆ, ਕਿਉਂਕਿ ਆਪਾਂ ਨੂੰ linguistics ਤਾਂ ਮੇਨ ਟੌਪਿਕ ਆ, ਤਾਂ ਇਹ 'ਚੋਂ ਤਾਂ ਕੁਐਸਚਨ ਬਣਦਾ ਹੀ ਆ। ਫਿਰ ਇਹਦੇ ਵਿੱਚੋਂ ਸਾਈਨ ਕੀ ਆ, ਸਪੀਡ ਕੀ ਆ, ਰਾਈਟਿੰਗ ਕੀ ਆ, ਹਨਾ, ਇਦਾਂ ਦੇ ਕੁਐਸਚਨ ਬਣਨਗੇ। ਐਂਥਰੋਪੋਲੋਜਿਸਟ, ਆਰਗਨ ਆਫ ਸਪੀਚ, ਇਹਦੇ ਉੱਪਰ ਸਾਰੀ ਜਿਹੜੀ ਲਿੰਗੁਇਸਟਿਕਸ ਆ ਖੜੀ ਆ, ਹਨਾ। ਉਸ ਤੋਂ ਬਾਅਦ ਡਿਸਕ੍ਰਿਪਸ਼ਨ ਐਂਡ ਕਲਾਸੀਫਿਕੇਸ਼ਨ ਆਫ ਸਾਊਂਡਸ, ਇਹਦੇ ਤੇ ਵੀ ਕੁਐਸਚਨ ਓਬਵੀਅਸ ਜੀ ਗੱਲ ਆਉਣਗੇ। ਮਾਰਫੋਲੋਜੀ ਕੀ ਆ, ਵਰਡ ਫਾਰਮੇਸ਼ਨ ਕੀ ਆ, ਹਨਾ। ਸੋ ਲਾਸਟ ਦੇ ਵਿੱਚ ਨੋਟ ਦਿੱਤਾ ਜੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਾਲਿਆਂ ਨੇ, ਦਾ ਡਿਫਿਕਲਟੀ ਲੈਵਲ ਵਿਲ ਬੀ ਆਫ ਗ੍ਰੈਜੂਏਸ਼ਨ ਲੈਵਲ। ਹੁਣ ਗੱਲ ਆ ਗਈ ਕਿ ਜਿਹੜਾ ਡਿਫਿਕਲਟੀ ਲੈਵਲ ਆ ਉਹ ਗ੍ਰੈਜੂਏਸ਼ਨ ਲੈਵਲ ਦਾ ਹੋਏਗਾ। ਹੁਣ ਜੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੇਪਰ ਬਣਾਊਗੀ ਤਾਂ ਓਬਵੀਅਸ ਜੀ ਗੱਲ ਆ ਕਿ ਉਹਨਾਂ ਦੇ ਪ੍ਰੋਫੈਸਰ ਜਿਹੜੇ ਹੈਗੇ ਆ ਜਾਂ ਉਹਨਾਂ ਦੇ ਜਿਹੜੇ ਸਕਾਲਰ ਆ ਉਹ ਪੇਪਰ ਸੈੱਟ ਕਰਨਗੇ, ਤੇ ਜੇ ਉਹ ਸੈੱਟ ਕਰਨਗੇ ਜਿਹੜਾ ਸਿਲੇਬਸ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਕਲਾਸਿਸ ਦੇ ਵਿੱਚ ਆ, ਵੀ ਇਹ ਆਨਰਸ ਇੰਗਲਿਸ਼ ਦੇ ਵਿੱਚ, MA ਦੇ ਵਿੱਚ, PhD ਇੰਗਲਿਸ਼ ਦੇ ਵਿੱਚ, MPhil ਦੇ ਵਿੱਚ, ਤਾਂ ਉਹਨਾਂ ਨੂੰ ਤਾਂ ਟੱਚ ਕਰਨਗੇ ਨਾ ਉਹ, ਤਾਂ ਉਹ ਮਸਾਲਾ ਵੀ ਆਪਾਂ ਸਾਰਾ ਪ੍ਰਪੇਅਰ ਕੀਤਾ ਹੋਇਆ। ਸੋ ਨੋ ਨੀਡ ਟੂ ਬੋਦਰ ਅਬਾਊਟ ਐਨੀਥਿੰਗ, come and join Hunar Classes Patiala, give your 4 to 5 hours a day and your syllabus will be done or completed within 3 months only. ਤੇ 3 ਮਹੀਨਿਆਂ 'ਚ ਆਪਾਂ ਉਹ ਕੁਛ ਕਰ ਦੇਣਾ ਜਿਹਦੇ ਨਾਲ ਤੁਹਾਨੂੰ ਜੌਬ ਮਿਲ ਜਾਣੀ ਆ। ਸੋ ਟਾਈਮ ਵੇਸਟ ਨਾ ਕਰੋ ਜੀ, ਜਲਦੀ ਤੋਂ ਜਲਦੀ ਹੁਨਰ ਕਲਾਸਿਸ ਪਟਿਆਲਾ ਨਾਲ ਜੁੜੋ, ਤੁਹਾਨੂੰ ਬਹੁਤ ਵਧੀਆ ਤਰੀਕੇ ਨਾਲ ਅਸੀਂ ਕਰਾਵਾਂਗੇ ਪ੍ਰੈਪਰੇਸ਼ਨ। ਤੇ ਫੀਸ ਫੂਸ ਬਾਰੇ ਡਰਨ ਦੀ ਲੋੜ ਨਹੀਂ ਆ, ਕੁਛ ਵੀ ਨਹੀਂ ਆ ਫੀਸ ਆਪਣੀ, ਹੈ ਨਾ। ਸੋ ਟੇਕ ਕੇਅਰ, ਬਾਏ ਬਾਏ। ਫੋਨ ਤੇ ਗੱਲ ਕਰੋ ਜੀ, ਸਾਡੇ ਨਾਲ ਜੁੜੋ ਤੇ ਬਹੁਤ ਵਧੀਆ ਤਰੀਕੇ ਨਾਲ ਅਸੀਂ ਤੁਹਾਨੂੰ ਪੜ੍ਹਾਵਾਂਗੇ, ਇਹ ਸਾਡਾ ਵਾਅਦਾ ਜੀ। ਇੱਕ ਵਾਰੀ ਪੂਰਾ ਜ਼ੋਰ ਲਾ ਦੇਵਾਂਗੇ। ਤੇ ਹੁਣ ਤੱਕ ਇੱਕ ਗੱਲ ਮੈਂ ਹੋਰ ਲਾਸਟ ਦੇ ਵਿੱਚ ਦੱਸਣੀ ਜ਼ਰੂਰੀ ਸਮਝਾਂਗਾ, ਸਾਡੇ ਜਿਹੜਾ ਹੁਨਰ ਕਲਾਸਿਸ ਪਟਿਆਲਾ ਚੈਨਲ ਹੈਗਾ ਉਹਦੇ ਵਿੱਚ ਸਾਡਾ ਹੁਣ ਤੱਕ ਦਾ ਜਿਹੜਾ ਰਿਜ਼ਲਟ ਆ, ਅਸੀਂ ਮਤਲਬ ਪ੍ਰੋਫੈਸ਼ਨਲੀ ਹੁਣ ਸ਼ੁਰੂ ਕਰਾਂਗੇ ਬੇਸਿਕਲੀ ਪੜ੍ਹਾਉਣਾ, ਰੈਫਰੈਂਸ ਤੇ ਹੀ ਪੜ੍ਹਾਇਆ ਪਹਿਲਾਂ, ਤਾਂ 90% ਦੇ ਨੇੜੇ ਤੇੜੇ ਹੀ ਘੁੰਮਿਆ ਸਾਡਾ ਰਿਜ਼ਲਟ, ਹੈ ਨਾ। ਥੈਂਕ ਯੂ ਵੈਰੀ ਮਚ, ਟੇਕ ਕੇਅਰ ਆਲ ਆਫ ਯੂ।